ਗੁਰੂ ਸਾਹਿਬ ਜੀਓ ਅੰਬਰੀਕ ਮੋਹਿ ਵਰਤ ਹੈ, ਰਾਤ ਪਈ ਦੁਰਵਾਸ਼ਾ ਆਇਆ। ਪੀੜਾ ਉਸ ਉਪਾਰਣਾ, ਉਹ ਉਠ ਨਾਵਣ ਨਦੀ ਸਿਧਾਇਆ। ਚਰਨ ਉਦਕ ਲੈ ਪੋਖਿਆ, ਉਹ ਸਰਾਪ ਦੇਣ ਨੋ ਧਾਇਆ। ਚੱਕਰ ਸੁਦਰਸ਼ਨ ਕਾਲ ਰੂਪ, ਹੋਏ ਪੀ ਹਾਵਲ ਗਰਭ ਗਵਾਇਆ। ਬਾਮਣ ਭੰਨਾ ਜੀਓ ਲੈ, ਰਖ ਨਾ ਹੰਗਨ ਦੇਵ ਸਬਾਇਆ। ਇੰਦਰ ਲੋਕ ਸ਼ਿਵ ਲੋਕ ਤਾਜ, ਬ੍ਰਹਮ ਲੋਕ ਬੈਕੁੰਠ ਤਜਾਇਆ। ਦੇਵਤਿਆਂ ਭਗਵਾਨ ਸਣ, ਸਿੱਖ ਦੇ ਸਭਨਾ ਸਮਝਾਇਆ। ਆਏ ਪਿਆ ਸਰਨਾਗਤੀ, ਮਾਰੀ ਦਾ ਅੰਬਰੀਕ ਛਡਾਇਆ। ਭਗਤ ਵਛਲ ਜਗ ਬਿਰਦ ਸਦਾਇਆ। ਅੰਬਰੀਕ ਮੋਹਿ ਵਰਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਮਰੀਕ ਰਾਜਾ ਦੁਆਪਰ ਦੇ ਅੰਤ ਵਿੱਚ, ਕਲਯੁਗ ਦੇ ਆਦਿ ਵਿੱਚ ਹੋਇਆ ਹੈ। ਅਮਰੀਕ ਆਦਿਕ ਭਗਤ ਜਿਹੜੇ ਮੰਨੇ ਹਨ, ਤਿੰਨ ਕੋ ਅਵਤਾਰ ਭਇਓ ਕਲ ਭਿੰਤਰ ਜਹ ਜਗਤਰ ਪਰ ਛਾਇਓ। ਇਹ ਕਲਯੁਗ ਦੇ ਆਦਿ ਵਿੱਚ ਇਹਨਾਂ ਦਾ ਜਨਮ ਹੋਇਆ। ਦੁਆਪਰ ਦਾ ਅੰਤ ਲੱਗਦਾ ਸੀ। ਅਮਰੀਕ ਰਾਜਾ ਪਰਮੇਸ਼ਰ ਦੀ ਭਗਤੀ ਕਰਿਆ ਕਰਦਾ। ਉਸ ਵਕਤ ਸਾਧ ਸੰਗਤ ਜੀ, ਜਿਸ ਪ੍ਰਕਾਰ ਦੀ ਵੈਸ਼ਨੂ ਮਤ ਅਨੁਸਾਰ ਉਹ ਭਗਤੀ ਕਰਿਆ ਕਰਦੇ, ਉਸ ਅਨੁਸਾਰ ਦੀ ਭਗਤੀ ਦੇ ਅਨੁਸਾਰ ਇਹਨੂੰ ਵਰਤ ਰੱਖਿਆ ਹੋਇਆ ਸੀ। ਵਰਤ ਰੱਖਣ ਤੋਂ ਇਸ ਨੇ ਉਸ ਦਿਨ ਦੁਰਵਾਸ਼ਾ ਰਿਸ਼ੀ ਜੀ ਇਸ ਰਾਜੇ ਦੇ ਜਸ ਨੂੰ ਸੁਣ ਕੇ ਬਹੁਤ ਦਿਲ 'ਚ ਘਬਰਾਉਂਦੇ ਸਨ ਕਿ ਰਾਜੇ ਦਾ ਐਡਾ ਪ੍ਰਤਾਪ ਕਿਉਂ ਹੈ, ਨਾਲੇ ਗ੍ਰਸਤੀ ਹੈ ਅਤੇ ਫਿਰ ਇਹਦਾ ਐਡਾ ਪ੍ਰਤਾਪ ਹੈ। ਅਸੀਂ ਵਿਰਕਤ ਹਾਂ, ਕ੍ਰਿਸ਼ਨ ਭਗਵਾਨ ਦੇ ਪੂਜਨੀਕ ਹਾਂ ਅਤੇ ਉਹਨੂੰ ਉਪਦੇਸ਼ ਦੇਣ ਵਾਲੇ ਹਾਂ, ਗਾਇਤਰੀ ਮੰਤਰ ਦੇਣ ਵਾਲਾ ਭਾਵੇਂ ਗਰਗ ਸੀ। ਇਸ ਪ੍ਰਕਾਰ ਬ੍ਰਹਮ ਵਿਦਿਆ ਦੇ ਦੇਣ ਵਾਲਾ ਦੁਰਵਾਸ਼ਾ ਰਿਸ਼ੀ ਸੀ। ਇਹ ਹੰਕਾਰ ਸੀ ਇਸ ਨੂੰ ਕਿ ਮੇਰੇ ਬਰਾਬਰ ਇਸ ਦੀ ਵਡਿਆਈ ਕਿਉਂ ਹੈ, ਮੇਰੇ ਨਾਲ ਬਹੁਤੀ ਵਡਿਆਈ ਕਿਉਂ ਹੈ। ਇਸ ਹੰਕਾਰ ਦੇ ਨਾਲ ਸੋਚਿਆ ਇਹਨੂੰ ਵੀ ਕਿਸੇ ਛਲ ਨਾਲ ਅਮਰੀਕ ਨੂੰ ਸਰਾਪ ਦਈਏ ਅਤੇ ਇਹਦਾ ਪ੍ਰਤਾਪ ਜਿਹੜਾ ਨਾਸ ਹੋ ਜਾਏ। ਇਸ ਈਰਖਾ ਨੂੰ ਲੈ ਕੇ ਅਮਰੀਕ ਰਾਜੇ ਦੇ ਪਾਸ ਦੁਰਵਾਸ਼ਾ ਰਿਸ਼ੀ ਜੀ ਆਏ। ਜਦੋਂ ਆਏ, ਅਮਰੀਕ ਨੂੰ ਬੇਨਤੀ ਕੀਤੀ ਕਿ ਮਹਾਰਾਜ ਭੋਜਨ ਮੇਰੇ ਗ੍ਰਹਿ ਵਿੱਚ ਹੀ ਆਪ ਨੂੰ ਪਾਉਣਾ। ਇਹਨਾਂ ਨੇ ਕਿਹਾ ਚੰਗਾ ਰਾਜਾ, ਅਸੀਂ ਇਸ਼ਨਾਨ ਕਰ ਆਈਏ। ਇਸ਼ਨਾਨ ਕਰਨ ਵਾਸਤੇ ਜਦੋਂ ਗਏ, ਰਾਤ ਪਈ ਤੱਕ ਆਇਆ ਹੀ ਨਾ। ਉਹ ਇਕਾਦਸ਼ੀ ਦਾ ਵਰਤ ਪੂਰਾ ਹੋਣ ਤੋਂ ਬਾਅਦ ਦੁਆਦਸ਼ੀ ਨੂੰ ਵਰਤ ਉਸ ਨੂੰ ਖੋਲ੍ਹਣਾ ਸੀ। ਦੁਆਦਸ਼ੀ ਲੱਗਣ ਤੋਂ ਬਾਅਦ ਇਹਨੂੰ ਵਰਤ ਖੋਲ੍ਹ ਦੇਣਾ ਸੀ। ਦੁਆਦਸ਼ੀ ਥੋੜ੍ਹੇ ਜਿਹੇ ਮਿੰਟ ਸੀ, ਫਿਰ ਤ੍ਰੋਦਸ਼ੀ ਉਹ ਸਿੱਤ 'ਚ ਲੱਗ ਜਾਣੀ ਸੀ। ਇਸ ਕਰਕੇ ਵਰਤ ਜੇ ਦੁਆਦਸ਼ੀ 'ਚ ਖੁੱਲ੍ਹ ਜਾਂਦਾ ਤਾਂ ਠੀਕ ਸੀ, ਅਤੇ ਜੇ ਵਰਤ ਤ੍ਰੋਦਸ਼ੀ ਦੇ ਅੰਦਰ ਖੋਲ੍ਹਦਾ ਅਤੇ ਫਿਰ ਉਹਦੇ ਵਰਤ ਭੰਗ ਹੋ ਜਾਣਾ ਸੀ। ਇਸ ਕਰਕੇ ਦੁਰਵਾਸ਼ਾ ਰਿਸ਼ੀ ਨੂੰ ਬੜਾ ਉਡੀਕਿਆ ਕਿ ਪਹਿਲਾਂ ਆਵੇ, ਪਹਿਲਾਂ ਭੋਜਨ ਉਹਨੂੰ ਛਕਾਈਏ ਅਤੇ ਫਿਰ ਵਰਤ ਖੋਲ੍ਹੀਏ। ਦੁਰਵਾਸ਼ਾ ਰਿਸ਼ੀ ਜਿਹੜਾ ਸੀ, ਉਸ ਵੇਲੇ ਵਰਤ ਖੋਲ੍ਹਣ ਦੇ ਸਮੇਂ ਨੂੰ ਟਾਲ ਕੇ ਵੀ ਤ੍ਰੋਦਸ਼ੀ ਲੱਗ ਜਾਣੀ ਹੈ, ਦੁਆਦਸ਼ੀ ਥੋੜ੍ਹੇ ਮਿੰਟ ਹੀ ਲੱਗਣੀ ਹੈ। ਇਸ ਖਿਆਲ ਨੂੰ ਲਾ ਕੇ ਉਹ ਰਾਤ ਪਈ ਤੱਕ ਉੱਥੇ ਨਦੀ 'ਚ ਹੀ ਬੈਠਾ ਰਿਹਾ, ਆਇਆ ਹੀ ਨਾ। ਅਤੇ ਬਈ ਜਦੋਂ ਇਹ ਰਾਜਾ ਕੁਝ ਖਾ ਪੀ ਲੂਗਾ ਮੈਂ ਸਰਾਪ ਦੇਊਂਗਾ, ਇਹਦਾ ਇਹ ਮਤਲਬ ਸੀ। ਇਸ ਮਤਲਬ ਨੂੰ ਲੈ ਕੇ ਅਮਰੀਕ ਨਾਲ ਈਰਖਾ ਕਰਕੇ ਅਮਰੀਕ ਨੂੰ ਤਾਂ ਸਤਿਕਾਰ ਕੀਤਾ ਸੀ, ਇਹ ਅਮਰੀਕ ਨੂੰ ਸਰਾਪ ਦੇਣ ਲੱਗਾ ਸੀ। ਅਤੇ ਅਮਰੀਕ ਦੀ ਰੱਖਿਆ ਮਹਾਰਾਜ ਸੁਦਰਸ਼ਨ ਚੱਕਰ ਭੇਜਿਆ ਸੀ। ਉਹ ਪ੍ਰਸੰਗ ਦੱਸਦੇ ਜਿਵੇਂ ਅਮਰੀਕ ਭਗਤ ਦੀ ਰੱਖਿਆ ਕੀਤੀ ਸੀ ਮਹਾਰਾਜ ਨੇ। ਵਾਹਿਗੁਰੂ ਸਾਹਿਬ ਜੀਓ ਅੰਬਰੀਕ ਮੋਹਿ ਵਰਤ ਹੈ। ਅਮਰੀਕ ਦੇ ਮੁਖ ਵਿੱਚ ਵਰਤ ਰੱਖਿਆ ਹੋਇਆ ਸੀ। ਰਾਤ ਪਈ ਦੁਰਵਾਸ਼ਾ ਆਇਆ, ਅਤੇ ਰਾਤ ਪਈ ਤੋਂ ਦੁਰਵਾਸ਼ਾ ਰਿਸ਼ੀ ਸਾਰੀ ਰਾਤ ਨਦੀ 'ਤੇ ਹੀ ਚਲਿਆ ਗਿਆ। ਆਇਆ, ਕਹਿਣ ਲੱਗੇ ਮਹਾਰਾਜ ਸਵੇਰੇ ਮੈਂ ਵਰਤ ਖੋਲ੍ਹਣਾ, ਤੁਸੀਂ ਦਰਸ਼ਨ ਦਿਓ। ਪੀੜਾ ਉਸ ਉਪਾਰਣਾ, ਪੀੜਾ ਨਾਮ ਵਰਤ ਹੈ।
ਵਰਤ ਉਸ ਨੂੰ ਦੁਆਰਸੀ 'ਚ ਖੋਲ੍ਹਣਾ ਸੀ ਰਾਜਾ ਨੇ। ਉਹ ਉਠ ਨਾਵਣ ਨਦੀ ਉਹ ਕਹਿੰਦਾ ਮੈਂ ਸਿਧਾਇਆ। ਇਸ਼ਨਾਨ ਕਰਿਆ ਵਾਂ, ਉਹ ਨਦੀ ਦੇ ਬਹਾਨੇ ਨਹਾਉਣ ਤੇ ਉੱਥੋਂ ਆਇਆ ਹੀ ਨਾ ਮੁੜ ਕੇ, ਜਿੰਨਾ ਚਿਰ ਦੁਆਰਸੀ ਦੀ ਲਗਨ ਸੀ ਉਦੋਂ ਮਗਰੋਂ ਆਇਆ। ਚਰਨ ਉਦਕ ਲੈ ਪੋਖਿਆ। ਦੁਆਰਸੀ ਦੇ ਅੰਦਰ ਹੀ ਉਹਨੂੰ ਵਰਤ ਖੋਲ੍ਹਣਾ ਸੀ, ਇਸ ਕਰਕੇ ਉਹਨੂੰ ਠਾਕਰਾਂ ਦਾ ਚਰਨਾਂ ਦਾ ਜਿਹੜਾ ਜਲ ਸੀ ਉਹ ਲੈ ਕੇ ਚਰਨਾਮਤ ਲੈ ਕੇ ਮੂੰਹ 'ਚ ਆਚਮਨ ਕਰ ਲਿਆ, ਵਰਤ ਖੋਲ੍ਹ ਲਿਆ ਅਮਰੀਕ ਰਾਜੇ ਨੇ। ਸੋ ਇਸ ਪ੍ਰਕਾਰ ਚਰਨਾਦਿਕ ਚਰਨਾਂ ਕਮਲਾਂ ਦਾ ਜਲ ਲੈ ਕੇ ਔਖਿਆ ਪੂਰਨ ਕੀਤਾ, ਆਪਣੇ ਵਰਤ ਨੂੰ ਖੋਲ੍ਹਣਾ ਕੀਤਾ, ਪੂਰਤੀ ਕੀਤੀ। ਉਹ ਸਰਾਪ ਦੇਣ ਨੂੰ ਤਹਾਇਆ। ਉਹਨੂੰ ਪਤਾ ਲੱਗਾ ਕਿ ਇਹਨੇ ਠਾਕਰਾਂ ਦਾ ਚਰਨਾਮਤ ਲੈ ਕੇ ਵਰਤ ਖੋਲ੍ਹ ਲਿਆ। ਕਹਿੰਦਾ ਮੇਥੇ ਆਏ ਤੋਂ ਬਗੈਰ ਮੂੰਹ ਕਿਉਂ ਝੂਠਾ ਕੀਤਾ ਤੈਂ, ਇਸ ਕਰਕੇ ਮੈਂ ਤੈਨੂੰ ਸਰਾਪ ਦਿੰਦਾ। ਇਹ ਸਰਾਪ ਦੇਣ ਵਾਸਤੇ ਦੁਰਵਾਸਾ ਰਿਸ਼ੀ ਬੜਾ ਤੇਜ਼ ਸੀ। ਵੇਖ ਲਓ ਯਾਦੋ ਜਿਹੜੇ ਸੀ 56 ਕਰੋੜ ਸਾਰੇ ਇਸ ਸਰਾਪ ਨਾਲ ਹੀ ਨਾਸ ਕਰਤੇ ਸੀ, ਐਡਾ ਤੇਜ਼ ਦੁਰਵਾਸਾ ਰਿਸ਼ੀ ਸੀ। ਸੋ ਉਸ ਵੇਲੇ ਸਰਾਪ ਦੇਣ ਲੱਗਾ, ਕਹਿੰਦਾ ਮੈਂ ਤੈਨੂੰ ਸਰਾਪ ਦਿੰਦਾ। ਅਮਰੀਕ ਨੂੰ ਕਹਿਣ ਲੱਗਾ ਤੈਂ ਵਰਤ ਮੇਰੇ ਆਏ ਤੋਂ ਬਗੈਰ ਪਹਿਲਾਂ ਕਿਉਂ ਖੋਲ੍ਹਿਆ ਹੈ। ਚੱਕਰ ਸੁਦਰਸ਼ਨ ਕਾਲ ਰੂਪ। ਅਮਰੀਕ ਰਾਜੇ ਨੂੰ ਕਹੇ ਵਾਹਿਗੁਰੂ ਮੈਂ ਤਾਂ ਕੋਈ ਗੁਨਾਹ ਨਹੀਂ ਕੀਤਾ, ਇਹ ਰਿਸ਼ੀ ਮੇਰੇ ਤੇ ਐਵੇਂ ਨਾਰਾਜ਼ ਹੋ ਕੇ ਮੈਨੂੰ ਸਰਾਪ ਦਿੰਦਾ ਹੈ, ਮੇਰੀ ਰੱਖਿਆ ਕਰੋ। ਉਸੇ ਵੇਲੇ ਮਹਾਰਾਜ ਸੁਦਰਸ਼ਨ ਚੱਕਰ ਭੇਜਿਆ। ਚੱਕਰ ਸੁਦਰਸ਼ਨ ਕਾਲ ਰੂਪ। ਕਾਲ ਦਾ ਰੂਪ ਹੈ, ਲਾਲ ਚਮਕਦਾ, ਅੱਗ ਦੀ ਨਹੀਂ ਆਈ। ਸੁਦਰਸ਼ਨ ਚੱਕਰ ਆਇਆ ਉਸੇ ਵੇਲੇ ਘੁਕਦਾ। ਹੋਏ ਪਿਹਾਵਲ ਗਰਭ ਗਵਾਇਆ। ਉਸ ਵੇਲੇ ਪਿਹਾਵਲ ਦਰਾਕਲ ਹੋ ਗਿਆ ਦੁਰਵਾਸਾ ਰਿਸ਼ੀ। ਸੁਦਰਸ਼ਨ ਚੱਕਰ ਆਇਆ ਵੇਖ ਕੇ ਇਹਨ ਹੰਕਾਰ ਸਾਰਾ ਛੱਡ ਦਿੱਤਾ। ਬਾਮਣ ਪੰਨਾ ਜੀਓ ਲੈ। ਇਹ ਪੰਡਤ ਜਿਹੜਾ ਸੀ ਦੁਰਵਾਸਾ ਰਿਸ਼ੀ ਆਪਣੇ ਜੀਵ ਨੂੰ ਲੈ ਕੇ ਭੱਜਿਆ ਨਿਕਲਿਆ ਉੱਥੋਂ। ਰੱਖ ਨਾ ਹੰਗਨ ਦੇਵ ਸਬਾਇਆ। ਪਹਿਲਾਂ ਇੰਦਰ ਕੋਲੇ ਗਿਆ। ਇੰਦਰ ਕਹਿੰਦਾ ਮੈਂ ਵੀ ਸੰਤ ਦੋਖੀ ਨੂੰ ਰੱਖ ਨਹੀਂ ਸਕਦਾ, ਛੇਤੀ ਚਲਿਆ ਜਾ। ਫਿਰ ਕੈਲਾਸ਼ ਪਰਬਤ ਤੇ ਸ਼ਿਵਾ ਕੋਲੇ ਗਿਆ। ਸ਼ਿਵ ਜੀ ਕਹਿੰਦਾ ਸੰਤ ਦੋਖੀ ਨੂੰ ਨਹੀਂ ਇੱਥੇ ਮੈਂ ਰਹਿਣ ਦੇਣਾ, ਮੇਰੇ ਕੈਲਾਸ਼ ਨੂੰ ਅੱਗ ਨਾ ਲੱਗੇ, ਛੇਤੀ ਚਲਿਆ ਜਾ। ਫਿਰ ਬ੍ਰਹਮਾ ਕੋਲੇ ਗਿਆ। ਬ੍ਰਹਮ ਲੋਕ ਨੂੰ ਅੱਗ ਲੱਗ ਜੂ, ਕਹਿੰਦੇ ਮੈਂ ਵੀ ਨਹੀਂ ਰੱਖ ਸਕਦਾ। ਫਿਰ ਵਿਸ਼ਨੂੰ ਭਗਵਾਨ ਦੇ ਕੋਲੇ ਗਿਆ ਬੈਕੁੰਠ ਵਿੱਚ। ਰੱਖ ਨਾ ਹੰਗਨ ਦੇਵ ਸਬਾਇਆ। ਇਹ ਸਾਰੇ ਦੇਵਤਿਆਂ ਨੇ ਕਹੇ ਅਸੀਂ ਰੱਖ ਨਹੀਂ ਸਕਦੇ ਹਾਂ, ਜਵਾਬ ਦੇ ਦਿੱਤਾ ਸਾਰਿਆਂ ਨੇ। ਇੰਦਰ ਲੋਕ ਸ਼ਿਵ ਲੋਕ ਤਾਜ। ਇੰਦਰਪੁਰੀ 'ਚ ਪਹਿਲਾਂ ਗਿਆ, ਇੰਦਰ ਨੂੰ ਨਾ ਰੱਖਿਆ। ਫਿਰ ਸ਼ਿਵਪੁਰੀ 'ਚ ਗਿਆ, ਸ਼ਿਵ ਜੀ ਨੂੰ ਨਾ ਰੱਖਿਆ। ਬ੍ਰਹਮ ਲੋਕ ਬੈਕੁੰਠ ਤਜਾਇਆ। ਫਿਰ ਬ੍ਰਹਮ ਲੋਕ ਨੂੰ ਵੀ ਛੱਡ ਕੇ ਬੈਕੁੰਠ ਨੂੰ ਤਿਆਗ ਕੇ ਗਿਆ। ਦੇਵਤਿਆਂ ਭਗਵਾਨ ਸਨ। ਜਦੋਂ ਬੈਕੁੰਠ 'ਚ ਵੀ ਵਿਸ਼ਨੂੰ ਨਾ ਰਹਿਣ ਤਾਂ ਵੀ ਇੱਥੇ ਵੀ ਸੰਦੋਖੀ ਨੂੰ ਮੈਂ ਰੱਖ ਨਹੀਂ ਸਕਦਾ। ਉਸ ਵੇਲੇ ਦੇਵਤਿਆਂ ਸਾਰਿਆਂ ਨੇ ਮਿਲ ਕੇ ਭਗਵਾਨ ਵਿਸ਼ਨੂੰ ਦੇ ਸਮੇਤ ਸਿੱਖ ਦੇ ਸਭਨਾ ਸਮਝਾਇਆ। ਸਿੱਖਿਆ ਦੇ ਕੇ ਸਾਰਿਆਂ ਨੂੰ ਸਮਝਾਇਆ ਸੰਤਾਂ ਦੇ ਦੋਸ਼ੀ ਨੂੰ ਅਸੀਂ ਨਹੀਂ ਰੱਖ ਸਕਦੇ, ਤੂੰ ਸੰਤ ਦਾ ਅਪਰਾਧ ਕੀਤਾ, ਹੋਇਆ ਸਰਾਪ ਦਿੰਨਾ, ਜਾ ਉਹਦੀ ਪੈਰੀ ਪਾਓ ਤਾਂ ਇਹ ਸੁਦਰਸ਼ਨ ਚੱਕਰ ਤੇਰੇ ਮਗਰੋਂ ਹਟੇਗਾ। ਇਹ ਸਿੱਖਿਆ ਦੇ ਕੇ ਦੁਰਵਾਸਾ ਰਿਸ਼ੀ ਨੂੰ ਸਮਝਾਉਣਾ ਕੀਤਾ। ਆਏ ਪਾਇਆ ਸਰਣਾਗਤੀ। ਅਖੀਰ ਅਮਰੀਕ ਰਾਜਨ ਜੀ ਨੂੰ ਸਰਾਪ ਦੇਣਾ ਚਾਹੁੰਦਾ ਸੀ, ਉਹਦੇ ਪੈਰ ਆ ਫੜੇ ਦੁਰਵਾਸਾ ਰਿਸ਼ੀ ਨੇ, ਸ਼ਰਨ ਆ ਕੇ ਪ੍ਰਾਪਤ ਹੋਇਆ। ਮਾਰੀ ਦਾ ਅੰਬਰੀਕ ਨੇ ਕਿਹਾ ਮਹਾਰਾਜ ਸੁਦਰਸ਼ਨ ਚੱਕਰ ਹਟਾ ਲਓ, ਇਹ ਹੁਣ ਨੀਵਾਂ ਹੋ ਗਿਆ, ਸਰਾਪ ਨਹੀਂ ਦਿੰਦਾ। ਉਦੋਂ ਇਹ ਮਾਰੀ ਦਾ ਸੀ ਸੁਦਰਸ਼ਨ ਚੱਕਰ ਦੇ ਨਾਲ, ਅੱਗ ਦੀ ਲਾਟ ਮਗਰ ਲੱਗੀ ਹੋਈ ਸੀ, ਇਹ ਅਮਰੀਕ ਨੇ ਛੁਡਾਇਆ ਸੀ। ਭਗਤ ਵਛਲ ਜਗ ਬਿਰਦ ਸਦਾ। ਦੇਖ ਲਓ ਮਹਾਰਾਜ ਭਗਤਾਂ ਦੇ ਪਿਆਰੇ ਹਨ। ਪਹਿਲਾਂ ਤਾਂ ਸੁਦਰਸ਼ਨ ਚੱਕਰ ਨਾਲ ਅਮਰੀਕ ਦੀ ਰੱਖਿਆ ਕੀਤੀ, ਇਹਦੇ ਮਗਰ ਸੁਦਰਸ਼ਨ ਚੱਕਰ ਲਾਤਾ। ਜਦੋਂ ਅਮਰੀਕ ਦੇ ਪੈਰੀਂ ਪਿਆ ਉਦੋਂ ਮਹਾਰਾਜ ਨੇ ਰੱਖਿਆ ਕੀਤੀ, ਇਹਨੂੰ ਸੁਦਰਸ਼ਨ ਚੱਕਰ ਸਾੜ ਨਾ ਸਕਿਆ। ਇਉਂ ਭਗਤਾਂ ਦੇ ਨਾਲ ਪਿਆਰ ਕਰਨਾ, ਇਹ ਜਗ 'ਚ ਬਿਰਦ ਮਹਾਰਾਜ ਨੇ ਸਦਾਉਣਾ ਕੀਤਾ। ਪਰਨ ਹੈ ਮਹਾਰਾਜ ਦਾ, ਭਗਤਾਂ ਦੇ ਨਾਲ ਪਿਆਰ ਕਰਦਾ ਹੈ। ਇਉਂ ਅਮਰੀਕ ਦੀ ਰੱਖਿਆ ਕੀਤੀ ਸੀ, ਦੁਰਵਾਸਾ ਰਿਸ਼ੀ ਦੇ ਸਰਾਪ ਤੋਂ ਬਚਾਇਆ ਸੀ ਅਮਰੀਕ ਰਾਜੇ ਨੂੰ। ਭਗਤ ਵੱਡਾ ਰਾਜਾ ਜਨਕ ਹੈ। ਹੋਰ ਸੁਣੋ, ਰਾਜਾ ਜਨਕ ਜਿਹੜਾ ਹੋਇਆ ਨੀਵੀਂ ਜਨਕ 53ਵਾਂ ਹੋਇਆ ਹੈ। ਤ੍ਰੇਤੇ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਦੇ ਤਾਈਂ ਜਿਸ ਜਨਕ ਨੇ ਧਰਤੀ ਨੂੰ ਸੋਨੇ ਦਾ ਹਲ ਬਣਾ ਕੇ ਵਾਹਿਆ ਸੀ, ਉਹਦੇ ਵਿੱਚੋਂ ਧਰਤੀ ਵਿੱਚੋਂ ਸੀਤਾ ਜਨਮੀ ਸੀ। ਇਹ ਰਾਵਣ ਨੇ ਇੱਕ ਦਿਨ ਰਿਸ਼ੀਆਂ ਦੇ ਤਾਈਂ ਕਿਹਾ ਸੀ ਕਿ ਹੇ ਰਿਸ਼ੀਓ, ਤੁਸੀਂ ਮੇਰੇ ਰਾਜ 'ਚ ਰਹਿੰਦੇ ਹੋ, ਮੈਨੂੰ ਕੋਈ ਟੈਕਸ ਦਿਓ। ਇਹ ਕਹਿਣ ਲੱਗੇ ਹੇ ਰਾਜਾ ਸਾਡੇ ਪਾਸ ਤਾਂ ਕੋਈ ਟੈਕਸ ਨਹੀਂ, ਸਰੀਰ ਦਾ ਖੂਨ ਹੀ ਹੈ। ਕਹਿੰਦੇ ਚੰਗਾ ਮੈਨੂੰ ਖੂਨ ਹੀ ਦੇ ਦਿਓ ਆਪਦਾ। ਖੂਨ ਨਸਲਾਂ ਲਾ ਲਾ ਕੇ ਰਿਸ਼ੀਆਂ ਦਾ ਕੱਢ ਲਿਆ,
ਉਹ ਘੜਾ ਭਰ ਕੇ ਇੱਕ ਰਿਸ਼ੀਆਂ ਦੇ ਖੂਨ ਦਾ ਇਹ ਆਪਦੇ ਰਾਜ ਤਾਂ ਦੱਬਿਆ ਨਾ, ਜਨਕ ਦੇ ਰਾਜ ਦੱਬਿਆ ਆ। ਜਨਕ ਰਾਜ ਦੇ ਵਿੱਚ ਦੱਬਣੇ ਕਰਕੇ ਉਹ ਰਿਸ਼ੀਆਂ ਦੇ ਖੂਨ ਦੇ ਵਿੱਚੋਂ ਪੈਦਾ ਹੋਈ ਸੀਤਾ। ਜਦੋਂ ਜਨਕ ਰਾਜ ਨੂੰ ਸਵੇਰ ਦਾ ਹਲ ਵਾਹ ਕੇ ਜੱਗ ਕਰਨ ਵਾਸਤੇ ਵਰਖਾ ਨਹੀਂ ਸੀ ਹੁੰਦੀ ਦੇਸ਼ ਵਿੱਚ, ਉਸ ਵੇਲੇ ਹਲ ਫੇਰਿਆ। ਉਹ ਹਲ ਫੇਰਨ ਤੋਂ ਧਰਤੀ ਦੇ ਵਿੱਚੋਂ ਘੜਾ ਨਿਕਲਿਆ, ਰਿਸ਼ੀਆਂ ਦਾ ਖੂਨ ਜਿਹਦੇ 'ਚ ਇਕੱਠਾ ਸੀ, ਉਹਦੇ 'ਚੋਂ ਸੀਤਾ ਜੰਮੀ। ਇਉਂ ਸੀਤਾ ਇਹਦੀ ਪੁੱਤਰੀ ਵੱਜੀ ਹੈ। 3 ਲੜਕੀਆਂ ਹੋਰ ਸੀ। ਪਹਿਲਾਂ ਸੀਤਾ ਦਾ ਸਵੰਬਰ ਕੀਤਾ ਅਤੇ ਰਾਮਚੰਦਰ ਜੀ ਨੂੰ ਵਿਆਹੀ। 3 ਲੜਕੀਆਂ ਜਿਹੜੀ ਸੀ ਲਛਮਣ ਨੂੰ, ਸ਼ਤਰਘਨ ਨੂੰ ਅਤੇ ਭਰਤ ਨੂੰ, ਤਿੰਨੇ ਇਸ ਨੇ ਮਿਥਿਲਾਪੁਰੀ ਵਾਲੇ ਜਨਕ ਰਾਜਾ ਨੂੰ ਵਿਆਹੀਆਂ ਸਨ। ਇਸ ਪ੍ਰਕਾਰ ਰਾਜਾ ਜਿਹੜਾ ਹੈ ਬੜਾ ਜਨਕ ਰਾਜਾ ਵੱਡਾ ਭਗਤ ਹੋਇਆ ਹੈ। ਗੁਰਮੁਖ ਮਾਇਆ ਵਿੱਚ ਉਦਾਸੀ, ਐਸਾ ਗੁਰਮੁਖ ਸੀ ਜਨਕ ਰਾਜਾ, ਮਾਇਆ ਵਿੱਚ ਉਪਰਾਮ ਰਹਿੰਦਾ ਸੀ। ਦੇਵ ਲੋਕ ਨੂੰ ਚੱਲਿਆ, ਇੱਕ ਵਾਰੀ ਇਹ ਦੇਵਪੁਰੀ ਨੂੰ ਚੱਲਿਆ ਸੀ। ਗਣ ਗੰਧਰਵ ਸਭਾ ਸੁਖ ਵਾਸੀ, ਉੱਥੇ ਗਣ ਟਾਉਣਾ ਛਾਉਣਾ ਆਦਿਕ ਅਤੇ ਗੰਧਰਵ ਜਿਹੜੇ ਹਾ ਹੂ ਸੀ, ਇਹ ਸਵਰਗ ਦੀ ਸਭਾ ਲੱਗੀ ਸੀ ਬੜੀ ਭਾਰੀ, ਗੰਧਰਵਾਂ ਦੀ ਸਭਾ ਸੁਖ ਦੇ ਵਸਣ ਵਾਲੀ। ਉੱਥੇ ਇਹਨਾਂ ਨੂੰ ਬੁਲਾਇਆ ਸੀ ਰਾਜੇ ਨੂੰ ਕਿ ਤੁਸੀਂ ਵੀ ਦਰਸ਼ਨ ਦਿਓ। ਇਹ ਚੱਲਿਆ ਸੀ ਉੱਥੇ ਸ਼ਕਤੀ ਦੇ ਨਾਲ। ਜਮਪੁਰ ਗਿਆ ਪੁਕਾਰ ਸੁਣ, ਜਦੋਂ ਜਾਂਦੇ ਜਾਂਦਾ ਜਮਾਂ ਦੀ ਪੁਰੀ ਦੇ ਕੋਲ ਦੀ ਲੰਘਿਆ, ਉੱਥੇ ਬਹੁਤ ਲੋਕ ਜੀ ਹਈ ਕਲਾਪ ਕਰ ਰਹੇ ਸਨ, ਰੋ ਰਹੇ ਸਨ, ਬਰਲਾਪ ਕਰ ਰਹੇ ਸਨ। ਜਦੋਂ ਇਹ ਫਰਿਆਦ ਸੁਣੀ ਜਾ ਕੇ ਜਨਕ ਰਾਜੇ ਨੇ ਜਮਪੁਰੀ ਦੇ ਕੋਲੇ ਜਾ ਕੇ, ਵਿਲ ਲਾਵਨ ਜੀ ਨਰਕ ਨਿਵਾਸੀ, ਬਰਲਾਪ ਕਰਦੇ ਆ ਨਰਕ 'ਚ ਬਸਣ ਵਾਲੇ ਜਿੰਨੇ ਜੀ ਜੰਤ ਹਨ। ਧਰਮ ਰਾਏ ਨੂੰ ਆਖਿਓ, ਧਰਮ ਰਾਜਾ ਨੂੰ ਬੁਲਾ ਕੇ ਕਿਹਾ, ਹੇ ਧਰਮ ਰਾਜਾ, ਸਭਨਾ ਦੀ ਕਰ ਬੰਦ ਖਲਾਸੀ, ਇਹ ਸਾਰਿਆਂ ਨੂੰ ਜੇਲ੍ਹ ਖਾਨੇ 'ਚੋਂ ਖਲਾਸੀ ਕਰਦੇ, ਛੱਡ ਦੇ। ਇਹ ਨਰਕ ਦੀ ਕੈਦ 'ਚ ਕਿਉਂ ਪਾਏ ਜੀ ਜੰਤ ਤਾਂ? ਕਰੇ ਬੇਨਤੀ ਧਰਮ ਰਾਜ, ਧਰਮ ਰਾਜਾ ਨੇ ਜਨਕ ਰਾਜਾ ਕੋਲੇ ਬੇਨਤੀ ਕੀਤੀ, ਹਉ ਸੇਵਕ ਠਾਕੁਰ ਅਵਿਨਾਸੀ, हे ਮਹਾਰਾਜ ਮੈਂ ਵੀ ਸੇਵਕ ਹਾਂ, ਠਾਕੁਰ ਸਵਾਮੀ ਜੋ ਅਵਿਨਾਸੀ ਹੈ ਉਹਨ ਮੈਨੂੰ ਇਹ ਡਿਊਟੀ ਦਿੱਤੀ ਹੈ ਪਾਪੀਆਂ ਨੂੰ ਨਰਕ ਵਿੱਚ ਪਾਉਣ ਦੀ। ਗਹਿਣੇ ਧਰਿਆਨ ਇੱਕ ਨਾ, ਫਿਰ ਉਸ ਵਕਤ ਜਨਕ ਰਾਜਾ ਨੇ ਕਿਹਾ ਸੀ ਉਸੇ ਦੇ ਨਾਮ ਨੂੰ ਮੁਕਾਬਲੇ ਤੇ ਕਹਿੰਦੇ ਰੱਖ ਦਿੰਦੇ ਇੱਕ ਪਰਮੇਸ਼ਰ ਦਾ ਨਾਮ, ਇਹਦੇ ਬਰਾਬਰ ਪਾਪ ਮਿਲਦਾ ਕਿੰਨੇ ਕੁ ਬਣਦੇ ਆ। ਗਹਿਣੇ ਧਰਿਆਨ ਇੱਕ ਨਾ, ਗਹਿਣੇ 'ਚ ਰੱਖਦਾ ਨਾ ਇੱਕ ਪਰਮੇਸ਼ਰ ਦਾ ਨਾਮ, ਪਾ ਘੰਟਾ ਜਿਹੜਾ ਜਪਿਆ ਸੀ। ਪਾਪਾਂ ਨਾਲ ਕਰਾਏ ਨਿਰਜਾਸੀ, ਪਾਪਾਂ ਦੇ ਨਾਲ ਨਿਰਜਾਸੀ ਨਿਰਣਾ ਕਰਨ ਲੱਗੇ। ਪਾ ਸੰਗ ਪਾਪ ਨਾ ਪੁੱਜਨੀ, ਜਿਹੜਾ ਪਾ ਘੰਟਾ ਨਾਮ ਜਪਿਆ ਸੀ ਨਾ ਉੱਥੇ ਜਨਕ ਨੇ ਜੀਆਂ ਦੇ ਛਡਾਉਣ ਵਾਸਤੇ, ਉਹ ਜਿੰਨੇ ਪਾਪ ਸੀ ਪਾ ਘੰਟੇ ਨਾਮ ਜਪੇ ਦੇ ਬਰਾਬਰ ਪਾਪ ਨਹੀਂ ਤੁਲੇ, ਬਰਾਬਰ ਨਹੀਂ ਹੋ ਸਕੇ, ਪੁੱਜ ਨਹੀਂ ਸਕੇ। ਗੁਰਮੁਖ ਨਾਉ ਅਤੁਲ ਨਾ ਤੁਲਾਸੀ, ਗੁਰਮੁਖਾਂ ਦਾ ਨਾਮ ਜਿਹੜਾ ਅਤੁਲ ਹੈ ਉਹ ਤੋਲਣ 'ਚ ਨਹੀਂ ਆਉਂਦਾ ਸੀ ਕਿਸੇ ਤੋਂ, ਕਿਉਂਕਿ ਗੁਰਮੁਖ ਰੋਮ ਰੋਮ ਹਰ ਧਿਆਵੈ। ਜਿੰਨੇ ਰੋਮ ਹੁੰਦੇ ਇਹਨਾਂ 'ਚ ਪਰਮੇਸ਼ਰ ਦਾ ਚਿੰਤਨ ਹੁੰਦਾ ਹੈ। ਇੱਕ ਵਾਰੀ ਵਾਹਿਗੁਰੂ ਭਾਈ ਧੰਨਾ ਸੁਤੋ ਮਹਾਰਾਜ ਨੇ ਕਹਾਇਆ ਸੀ, ਜੋ ਗੁਰੂ ਕਾ ਕਾਹੀ ਸੀ, ਤੇ ਉਸ ਵੇਲੇ ਸਾਰੀਆਂ ਸੁਰਤੀਆਂ ਸਿਮਰਤੀਆਂ ਦੇ ਜਿੰਨੇ ਪਾਠ ਸੀ 18 ਪੁਰਾਣਾਂ ਦੇ, 27 ਸਿਮਰਤੀਆਂ ਦੇ, 4 ਵੇਦਾਂ ਦੇ ਅਤੇ 6 ਸ਼ਾਸਤਰਾਂ ਦੇ, ਉਸ ਦੇ ਇੱਕ ਵਾਰੀ ਵਾਹਿਗੁਰੂ ਕਹਿਣ ਦੇ ਬਰਾਬਰ ਨਹੀਂ ਸੀ ਪੁੱਜੇ। ਇਸ ਪ੍ਰਕਾਰ ਸੁਰਤੀਆਂ ਸਿਮਰਤੀਆਂ ਦੇ ਜਿਹੜੇ ਪੰਡਿਤ ਸੀ ਉਹਨਾਂ ਨੂੰ ਗੁਰੂ 10ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ 'ਚ ਦਿਖਾਇਆ ਸੀ। ਇਹ 10 ਗੁਰਜੋਤ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੁੰਦਰ ਸਿੰਘ 47 ਸਿੱਖ ਵਾਲੇ ਨੇ ਕਥਾ ਲਿਖੀ ਹੈ। ਇਸ ਪ੍ਰਕਾਰ ਉਹ ਪੁੱਜ ਨਹੀਂ ਸਕੇ ਸਾਰੇ ਵੇਦ ਸ਼ਾਸਤਰਾਂ ਦੇ। ਤਾਂਹੀਓ ਕਿਹਾ ਨਾ ਮਹਾਰਾਜ ਨੇ ਕਿ ਵੇਦ ਪ੍ਰਾਣ ਸਿਮਰਤ ਆਦਿਕ ਜਿੰਨੇ ਸਲਾਖਰ ਕੀਨੇ ਰਾਮ ਨਾਮ ਇੱਕ ਅੱਖਰ ਮਹਾਰਾਜ ਦੇ ਨਾਮ ਦੇ ਬਰਾਬਰ, ਇੱਕ ਅੱਖਰ ਦੇ ਬਰਾਬਰ ਵੀ ਨਹੀਂ ਹੋ ਸਕਦੇ। ਗੁਰਮੁਖ ਨਾਉ ਅਤੁਲ ਨਾ ਤੁਲਾਸੀ, ਇਹ ਗੁਰਮੁਖਾਂ ਦਾ ਜਿਹੜਾ ਜਪਿਆ ਨਾਮ ਉਹ ਤੁਲ ਹੈ, ਇਹ ਕਿਸੇ ਦੇ ਤੋਲਣ 'ਚ ਨਹੀਂ ਆਉਂਦਾ, ਵਿਚਾਰ 'ਚ ਗਿਣਤੀ 'ਚ ਨਹੀਂ ਆਉਂਦਾ ਹੈ। ਨਰਕਾਂ ਛੁੱਟੇ ਜੀ ਜੰਤ, ਉਸ ਵੇਰ ਪਾ ਘੜੀ ਦੇ ਨਾਮ ਜਪਣ ਨਾਲ ਨਰਕ 'ਚੋਂ ਸਾਰੇ ਜੀ ਜੰਤ ਛੁਡਾ ਦਿੱਤੇ। ਪਰ ਜਨਕ ਰਾਜਾ ਨੇ ਕੱਟੀ ਗਲਹੁ ਸਿਲਕ ਜਮ ਫਾਸੀ, ਜਿਹੜੀ ਗਲ ਦੇ ਵਿੱਚ ਜਮਾਂ ਦੀ ਫਾਹੀ ਦੀ ਸਿਲਕ ਫਾਹੀ ਪਈ ਹੋਈ ਸੀ, ਉਹ ਜਮਾਂ ਦੀ ਫਾਹੀ ਵੀ ਕੱਟੀ ਗਈ। ਉਹਨਾਂ ਦੇ ਪਾਪਾਂ ਦੀ ਸਿਲਕ ਜਿਹੜੀ ਫਾਹੀ ਸੀ ਉਹ ਵੀ ਕੱਟੀ ਗਈ। ਤੁਰਕਾਂ ਵੇਲੇ ਸਿਲਕ ਐ ਮਛਲੀਆਂ ਬਿੰਨ ਕੇ ਜੰਜੀਰ ਦੇ ਨਾਲ, ਜਿਹੜਾ ਤਾਰ ਦੇ ਨਾਲ ਕੈਦੀਆਂ ਨੂੰ ਅੱਜ ਕੱਲ੍ਹ ਤਾਂ ਹੱਥ ਕੜੀਆਂ ਲਾਉਂਦੇ ਹਨ,
ਉਦੋਂ ਮਛਲੀਆਂ ਬਿੰਨਿਆ ਕਰਦੇ, ਉਹਨੂੰ ਸਿਲਕ ਕਹਿੰਦੇ ਹੁੰਦੇ ਸਨ। ਮੁਕਤ ਜੁਗਤ ਨਾਵੈ ਕੀ ਦਾਸ ਨਾਵੈ ਦੀ ਦਾਸੀ। ਇਸ ਪ੍ਰਕਾਰ ਮੁਕਤੀ ਦੀਆਂ ਜਿਹੜੀਆਂ ਜੁਗਤੀਆਂ ਹੈ ਸਭ ਨਾਮ ਦੀਆਂ ਦਾਸੀਆਂ ਹੀ ਹੈ। ਨਾਮ ਦੇ ਬਰਾਬਰ ਕੋਈ ਕੁਛ ਨਹੀਂ ਬਰਾਬਰ ਹੋ ਸਕਦਾ, ਐਡਾ ਉੱਚਾ ਨਾਮ ਹੈ। ਪਰ ਜਿਨ੍ਹਾਂ ਗੁਰਮੁਖਾਂ ਨੇ ਰੋਮ ਰੋਮ ਵਿੱਚ ਜਪਿਆ ਹੋਵੇ। ਸੁਖ ਰਾਜੇ ਹਰੀ ਚੰਦ ਘਰ। ਹਰੀ ਚੰਦ ਰਾਜਾ ਸ੍ਰੀ ਗੁਰੂ ਅਰਜਨ ਦੇਵ ਦੇ ਵਕਤ ਹੋਇਆ ਹੈ। ਇੱਕ ਹੋਰ ਇੱਕ ਤਾਂ ਹਰੀ ਚੰਦ ਹੋਇਆ ਨਾ ਦੁਆਪਰ ਵਿੱਚ, ਜਿਸ ਤੋਂ ਹਰੀ ਚੰਦ ਪਟਨਾ ਸਾਹਿਬ ਨਾਮ ਵਸਿਆ ਹੈ। ਇਹ ਹਰੀ ਚੰਦ ਰਾਜਾ ਰਾਜਪੂਤਾਨੇ ਵਿੱਚ ਹੋਇਆ ਹੈ। ਉਸ ਦੀ ਬਾਬਤ ਦੱਸਦੇ ਹਨ। ਸੁਖ ਰਾਜੇ ਹਰੀ ਚੰਦ ਘਰ। ਹਰੀ ਚੰਦ ਦੇ ਘਰ ਦੇ ਚ ਸੁਖ ਵਾਲੀ ਰਾਣੀ ਸੀ। ਨਾਰ ਸੋ ਤਾਰਾ ਲੋਚਨ ਰਾਣੀ। ਇਸ ਦੀ ਰਾਣੀ ਦਾ ਨਾਮ ਵੀ ਤਾਰਾ ਸੀ। ਤਾਰਾ ਲੋਚਨ ਸੁੰਦਰ ਨੇਤਰਾਂ ਵਾਲੀ ਜਿਹੜੀ ਰਾਣੀ ਸੀ, ਨੇਤਰਾਂ ਦੀਆਂ ਤਾਰਾ ਧੀਰੀਆਂ ਬਣੀ ਹੋਈ ਸੀ। ਇੰਨਾ ਪਿਆਰ ਸੀ ਇਸ ਰਾਣੀ ਦੇ ਨਾਲ ਇਸ ਰਾਜੇ ਦਾ। ਸਾਧ ਸੰਗਤ ਮਿਲ ਗਾਵੰਦੇ। ਇਹ ਰਾਣੀ ਸੀ ਸਤਸੰਗਣ। ਜਦੋਂ ਗੁਰੂ ਅਰਜਨ ਸਾਹਿਬ ਦੀ ਕਿਰਪਾ ਕਰਕੇ ਪਹਾੜਾਂ 'ਚ ਸਿੱਖੀ ਭਾਈ ਕਲਿਆਣੇ ਨੂੰ ਜਾ ਕੇ ਦਿੱਤੀ ਸੀ, ਉਹ ਹਰੀ ਚੰਦ ਰਾਜੇ ਦੀ ਰਾਣੀ ਜਿਹੜੀ ਸਤਸੰਗਣ ਬਣ ਕੇ ਜਿੱਥੇ ਸਤਸੰਗਤ ਦਾ ਕੀਰਤਨ ਹੁੰਦਾ ਸੀ ਉੱਥੇ ਜਾਂਦੀ ਸੀ। ਰਾਤੀ ਜਾਏ ਸੁਣੈ ਗੁਰਬਾਣੀ। ਰਾਤ ਨੂੰ ਰਹਿਣ ਸਵਾਈ ਜਦੋਂ ਹੋਇਆ ਕਰਦੀ, ਗੁਰਬਾਣੀ ਦਾ ਕੀਰਤਨ ਜਾ ਕੇ ਸੁਣਿਆ ਕਰਦੀ। ਪਿੱਛੋਂ ਰਾਜਾ ਜਾਗਿਆ। ਰਾਜੇ ਦੇ ਅੰਦਰ ਮੋਹ ਸੀ ਇਸ ਰਾਣੀ ਦੇ ਨਾਲ। ਪਿੱਛੋਂ ਇੱਕ ਦਿਨ ਰਾਜਾ ਸੁੱਤਾ ਰਿਹਾ ਤੇ ਜਦੋਂ ਆਈ ਰਾਣੀ ਕਿੱਥੋਂ ਆਈ ਹੈ ਤਾਂ ਚੁੱਪ ਕਰ ਰਹੀ, ਦੱਸਿਆ ਨਾ। ਉਸ ਵਕਤ ਦੂਏ ਦਿਨ ਪੈ ਰਿਹਾ ਤੇ ਵੀ ਸੁੱਤਾ ਪਿਆ। ਜੋ ਰਾਣੀ ਗਈ ਸਤਸੰਗਤ ਵਿੱਚ, ਉਸ ਵੇਲੇ ਰਾਜਾ ਮਗਰ ਤੁਰ ਪਿਆ ਜਾਗ ਕੇ। ਅੱਧੀ ਰਾਤ ਨਿਖੰਡ ਵਿਹਾਣੀ। ਅੱਧੀ ਰਾਤ ਨਿਖੰਡ ਇੱਕ ਰਸ ਖੰਡਨ ਤੋਂ ਰਹਿਤ ਅੱਧੀ ਰਾਤ ਗੁਜ਼ਰ ਗਈ ਸੀ। ਐਸਾ ਕੀਰਤਨ ਹੋਇਆ। ਰਾਣੀ ਦਿਸ ਨਾ ਆਵਈ। ਰਾਣੀ ਇਹਨੂੰ ਪੰਗ ਦੇ ਉੱਤੇ ਦਿਸੀ ਨਾ ਹੋ ਸਕ ਸੇਜਾ ਤੇ। ਮਨ ਵਿੱਚ ਵਰਤ ਗਈ ਹੈਰਾਨ। ਮਨ ਵਿੱਚ ਹੈਰਾਨਗੀ ਵਰਤੀ, ਕਹਿੰਦਾ ਰਾਣੀ ਇਸ ਵੇਲੇ ਕਿੱਧਰ ਚਲੀ ਗਈ ਹੈ। ਹੋਰਤ ਰਾਤੀ ਉੱਠ ਫਿਰ ਹੋਰ ਕਿਸੇ ਰਾਤ 'ਚ ਮਚਲਾ ਜਾ ਹੋ ਕੇ ਪੈ ਰਿਹਾ, ਸੁੱਤਾ ਨਾ। ਦੂਸਰੀ ਰਾਤ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਨੀ। ਚੰਚਲ ਚੜ੍ਹਦੀ ਜਵਾਨੀ ਵਾਲੀ ਰਾਣੀ ਦੇ ਮਗਰ, ਜਾਂ ਚੜ੍ਹਦੀ ਜਵਾਨੀ ਵਾਲਾ ਜਿਹੜਾ ਰਾਜਾ ਸੀ ਮਗਰ ਚੱਲਿਆ ਵੀ ਕਿੱਥੇ ਜਾਂਦੀ ਹੈ ਵੇਖਾਂ। ਰਾਣੀ ਪਹੁਤੀ ਸੰਗਤੀ। ਰਾਣੀ ਉਸ ਵੇਲੇ ਸਤਸੰਗਤ ਵਿੱਚ ਜਾ ਕੇ ਪਹੁੰਚ ਗਈ। ਰਾਜੇ ਖੜੀ ਖੜਾਉ ਨਿਸ਼ਾਨੀ। ਰਾਜੇ ਨੇ ਰਾਣੀ ਦੀ ਜਿਹੜੀ ਸਵੇਰ ਦੀ ਖੜਾਂ ਸੀ ਉਹ ਨਿਸ਼ਾਨੀ ਖੜੀ ਚੱਕ ਲਿਆਇਆ ਵੀ ਪੁੱਛਾਂਗਾ ਤੇਰੀ ਖੜਾਂ ਕਿੱਥੇ। ਇੱਕ ਖੜਾਂ ਚੱਕ ਲਿਆਇਆ। ਸਾਧ ਸੰਗਤ ਆਰਾਧਿਆ। ਰਾਣੀ ਦੀ ਜਦੋਂ ਖੜਾਂ ਨਾ ਮਿਲੇ ਉਸ ਵੇਲੇ ਰਾਣੀ ਨੇ ਸਤਸੰਗਤ 'ਚ ਅਰਦਾਸ ਕੀਤੀ। ਸਾਧ ਸੰਗਤ ਨੇ ਮਿਲ ਕੇ ਉਸ ਪਰਮੇਸ਼ਰ ਨੂੰ ਚੇਤੇ ਕੀਤਾ। ਜੋੜੀ ਜੁੜੀ ਖੜਾਉ ਪੁਰਾਣੀ। ਉਹਦੀ ਖੜਾਂ ਦੀ ਜਿਹੜੀ ਪੁਰਾਣੀ ਜੋੜੀ ਸੀ ਉਹੀ ਜਿਹੀ ਐਨ ਮਾਰਨ ਦੂਈ ਖੜਾਂ ਬਣਾਤੀ। ਇਉਂ ਸਤਸੰਗਤ ਦੀ ਅਰਦਾਸ ਨਾਲ ਰਾਣੀ ਦੀ ਖੜਾਂ ਸਾਬਤ ਹੋ ਗਈ। ਉਹ ਜੋੜੀ ਜੁੜ ਗਈ ਖੜਾਂ ਦੀ ਪੁਰਾਣੀ। ਰਾਜੇ ਡਿਠਾ ਚਲਿਤ ਇਹ। ਉਹ ਰਾਜੇ ਨੂੰ ਲੁਕੋ ਕੇ ਸੰਦੂਕ 'ਚ ਰੱਖਦੀ। ਜੋ ਰਾਣੀ ਆਈ ਕਹਿੰਦਾ ਕਿੱਥੇ ਹੈ ਤੇਰੀ ਖੜਾਂ। ਕਹਿਣ ਲੱਗੀ ਮੇਰੇ ਪੈਰਾਂ 'ਚ ਹੈ। ਜਦੋਂ ਹੁਣ ਕੱਢ ਕੇ ਵੇਖੀ ਨਾਲ ਲਾਈ, ਹੈਰਾਨ ਹੋ ਗਿਆ। ਇਉਂ ਫਿਰ ਇਹ ਵੀ ਸਤਸੰਗੀ ਬਣ ਗਿਆ ਸੀ। ਸਤਸੰਗੀ ਬਣ ਕੇ ਸਤਸੰਗਤ ਕਰਕੇ ਨਿਹਾਲ ਹੋ ਗਿਆ ਸੀ। ਇਹ ਰਾਜਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਨ ਆਇਆ ਸੀ। ਹਰੀ ਸੈਨ ਇਸ ਰਾਜੇ ਦਾ ਨਾਮ ਕਹਿੰਦੇ ਹੈ ਪੁਸਤਕਾਂ ਵਾਲੇ, ਪਰ ਹਰੀ ਚੰਦ ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਇਸ ਪ੍ਰਕਾਰ ਇਹ ਹਰੀ ਸੈਨ ਰਾਜਾ ਸਕੇਤ ਮੰਡੀ ਦਾ ਸੀ, ਜਿਹਨੂੰ ਭਾਈ ਕਲਿਆਣੇ ਨੇ ਦੀ ਲੱਤ ਕੱਟਣ ਲੱਗਾ ਸੀ ਤੇ ਉਹ ਇਹ ਰਾਜਾ ਸਮਝਾ। ਰਾਜੇ ਡਿਠਾ ਚਲਤ ਇਹ। ਰਾਜੇ ਨੇ ਐਸਾ ਚਰਿੱਤਰ ਵੇਖਿਆ। ਇਹ ਖੜਾਮ ਹੈ ਚੋਜ ਵਿਡਾਣੀ। ਕਹਿੰਦੇ ਖੜਾਂ ਬੜੀ ਅਚਰਜ ਕੌਂਤਕਾਂ ਵਾਲੀ ਹੈ। ਸਾਧ ਸੰਗਤ ਵਿਟਹੁ ਕੁਰਬਾਨੀ। ਕਹਿੰਦਾ ਜਿਸ ਸੰਗਤ ਨੇ ਰਾਣੀ ਦੀ ਖੜਾਂ ਸਾਬਤ ਕਰ ਦਿੱਤੀ, ਮੈਂ ਉਸ ਤੋਂ ਕੁਰਬਾਨ ਜਾਵਾਂ। ਇਉਂ ਸਤਸੰਗਤ ਵੱਡੀ ਭਾਰੀ ਹੈ। ਆਇਆ ਸੁਣਿਆ ਬਿਦਰ ਦੇ। ਬਿਦਰ ਭਗਤ ਦੀ ਜਿਵੇਂ ਮਹਾਰਾਜ ਰੱਖਿਆ ਕੀਤੀ ਉਹ ਸੁਣੋ। ਜਦੋਂ ਕ੍ਰਿਸ਼ਨ ਭਗਵਾਨ ਜੀ ਪਾਂਡਵਾਂ ਦੇ ਤਾਈਂ ਰਾਜੀਨਾਮਾ ਕਰਾਉਣ ਵਾਸਤੇ ਵਕੀਲ ਬਣ ਕੇ ਇੱਥੇ ਦੁਰਯੋਧਨ ਦੇ ਪਾਸ ਹਸਤਨਾਪੁਰ ਗਏ ਹੈ, ਇੱਥੇ ਜਾ ਕੇ ਦੁਰਯੋਧਨ ਨੂੰ ਮਿਲੇ ਤੇ ਜਾ ਕੇ ਮਿਲਣ ਜੋ ਲੱਗੇ, ਇਸ ਨੇ ਦੁਰਯੋਧਨ ਨੇ ਦਿਲ 'ਚ ਖਿਆਲ ਕੀਤਾ ਵੀ ਕ੍ਰਿਸ਼ਨ ਜੀ ਆਏ ਸੁਣੇ, ਜੇ ਮੈਂ ਉੱਠ ਕੇ ਨਾ ਖੜਾ ਹੋਇਆ ਤੇ ਉਸ ਵਕਤ ਉਹ ਨਾਰਾਜ਼ ਹੋ ਜਾਣਗੇ ਵੀ ਸਤਿਕਾਰ ਨਹੀਂ ਮੇਰਾ ਕੀਤਾ। ਤੇ ਜੇ ਮੈਂ ਉੱਠ ਕੇ ਖੜਾ ਹੋ ਗਿਆ ਕਹਿਣਗੇ ਗੁੱਜਰਾਂ ਦੇ ਘਰੀ ਪਲਿਆ ਹੋਇਆ ਨਾ ਕ੍ਰਿਸ਼ਨ,
ਇਹਦਾ ਉੱਠ ਕੇ ਸਤਿਕਾਰ ਕਿਉਂ ਕੀਤਾ। ਇਸ ਹੰਕਾਰ ਦੇ ਵਿੱਚ ਆ ਕੇ ਜਿਸ ਵੇਲੇ ਇਹਦੇ ਦਿਲ 'ਚ ਖਿਆਲ ਹੋਇਆ, ਹਾਥੀਖਾਨੇ ਚਲਿਆ ਗਿਆ। ਹਾਥੀਖਾਨੇ ਜਾ ਕੇ ਹਾਥੀ ਦੇਖਣ ਲੱਗ ਗਿਆ ਤੇ ਕ੍ਰਿਸ਼ਨ ਜੀ ਨੂੰ ਪਤਾ ਲੱਗਾ ਕਿ ਇਹ ਤਾਂ ਰਾਜਾ ਹੰਕਾਰ ਦੇ ਨਾਲ ਉੱਠ ਕੇ ਚਲਿਆ ਗਿਆ। ਉਸੇ ਵੇਲੇ ਬਿਦਰ ਦੇ ਘਰ ਜਾ ਕੇ ਰਾਤ ਬਤੀਤ ਕੀਤੀ, ਦੁਰਯੋਧਨ ਨੂੰ ਮਿਲੇ ਹੀ ਨਹੀਂ। ਦੂਏ ਦਿਨ ਫਿਰ ਸਭਾ 'ਚ ਗਏ। ਆਇਆ ਸੁਣਿਆ ਬਿਦਰ ਦੇ, ਜਦੋਂ ਬਿਦਰ ਦੇ ਘਰ ਵਿੱਚ ਆਏ ਹੋਏ ਕ੍ਰਿਸ਼ਨ ਭਗਵਾਨ ਜੀ ਸੁਣੇ, ਬੋਲਾ ਦੁਰਯੋਧਨ ਹੋਏ ਰੁੱਖਾ। ਉਸ ਵੇਲੇ ਦੁਰਯੋਧਨ ਰੁੱਖੇ ਜਿਹੇ ਸੁਭਾਅ ਵਾਲਾ ਹੋ ਕੇ ਬੋਲਿਆ, ਘਰ ਆ ਸਾਡੇ ਛੱਡ ਕੇ, ਕਹਿੰਦਾ ਘਰ ਸਾਡਾ ਕਿਉਂ ਛੱਡਿਆ ਤੁਸੀਂ ਕ੍ਰਿਸ਼ਨ ਜੀ। ਗੋਲੇ ਦੇ ਘਰ ਜਾਹੇ ਕੇ ਸੁੱਖਾ, ਇਹ ਗੋਲੇ ਦੇ ਘਰ ਜਾ ਕੇ ਕੀ ਸੁਖ ਲਿਆ ਤੁਸੀਂ। ਭੀਖਮ ਦਰੋਣਾ ਕਰਨ ਤਾਜ, ਜੇ ਮੇਰੇ ਨਹੀਂ ਸੀ ਆਉਣਾ ਭੀਸ਼ਮ ਪਿਤਾਮਾ ਦੇ ਚਲੇ ਜਾਂਦੇ। ਉਹ ਬੜਾ ਚੰਗਾ ਜਤੀ ਸੀ ਅਤੇ ਭੀਸ਼ਮ ਦਰੋਣਾ ਤੇ ਦਰੋਣਾਚਾਰਜ ਪੰਡਿਤ ਦੇ ਚਲੇ ਜਾਂਦੇ। ਕਰਨ ਤਾਜ, ਤੇ ਕਰਨ ਜਿਹੜਾ ਅਰਜੁਨ ਉਹਨਾਂ ਦਾ ਭਰਾ ਸੀ ਉਹਦੇ ਚਲੇ ਜਾਂਦੇ। ਸਭਾ ਸਿੰਗਾਰ ਵੱਡੇ ਮਾਨੁਖ, ਸਭਾ ਦੇ ਬੜੇ ਬੜੇ ਸ਼ਿੰਗਾਰ ਮਨੁੱਖ ਹਨ ਮੇਰੇ। ਝੁੱਗੀ ਜਾਏ ਬੁਲਾਇਓ, ਤੁਸੀਂ ਦੱਸੋ ਵੀ ਝੁੱਗੀ ਉਹਦੀ ਚਕੁੱਲੀ 'ਚ ਜਾ ਕੇ ਆਪਣੇ ਸਮੇਂ ਨੂੰ ਬੁਲਾਇਓ, ਬਤੀਤ ਕੀਤਾ ਹੈ। ਸਭਨਾ ਦੇ ਜੀ ਅੰਦਰ ਧੋਖਾ, ਸਾਡੇ ਸਭਾ ਦੇ ਮੁਖੀਆਂ ਦੇ ਦਿਲ 'ਚ ਸਾਰਿਆਂ ਦੇ ਅੰਦਰ ਧੁਖ ਰਹੇ ਹੈ ਗੁੱਸੇ ਦੇ ਨਾਲ ਕਿ ਕਿਉਂ ਉੱਥੇ ਤੁਸੀਂ ਗਏ ਹੋ। ਹੱਸ ਬੋਲੇ ਭਗਵਾਨ ਜੀ, ਉਸ ਵੇਲੇ ਹੱਸ ਕੇ ਕ੍ਰਿਸ਼ਨ ਭਗਵਾਨ ਜੀ ਬੋਲ ਪਏ, ਸੁਣ ਹੋ ਰਾਜਾ ਹੋਏ ਸਨਮੁਖ। ਰਾਜਾ ਸਨਮੁਖ ਹੋ ਕੇ ਸੁਣੋ, ਅਸੀਂ ਤੇਰੇ ਤਾਂ ਹੀ ਕਹਿੰਦੇ ਹਾਂ। ਤੇਰੇ ਭਾਵ ਨ ਦਿਸਈ, ਤੂੰ ਹਸਤੀ ਦੇਖ ਭਰਨ ਤੇ ਭੂਲਾ, ਕਬੀਰ ਜੀ ਨੇ ਲਿਖਿਆ। ਸ੍ਰੀ ਭਗਵਾਨ ਨਾ ਜਾਣਿਆ ਹਾਥੀਖਾਨੇ ਚਲਿਆ ਗਿਆ। ਮੈਨੂੰ ਉਹ ਨਾ ਕਹਿਣ ਉੱਠ ਕੇ ਖੜਾ ਕਿਉਂ ਹੋਇਆ ਹੈ, ਇਸ ਕਰਕੇ ਤੇਰੇ ਭਾਵ ਨਹੀਂ, ਸਾਨੂੰ ਪ੍ਰੇਮ ਨਹੀਂ ਦਿਸਦਾ ਹੈ। ਮੇਰੇ ਨਾਹੀ ਅਪਦਾ ਦੁੱਖ, ਤੇ ਮੈਨੂੰ ਪ੍ਰੇਮ ਦੀ ਲੋੜ ਹੈ। ਮੈਨੂੰ ਕਿਸੇ ਪ੍ਰਕਾਰ ਦੀ ਬਿਪਤਾ ਨਹੀਂ, ਮੈਨੂੰ ਕੋਈ ਬਿਪਤਾ ਵਾਲੇ ਕੋਲੇ ਜਾਣ 'ਚ ਦੁੱਖ ਨਹੀਂ ਹੈ। ਭਾਉ ਜਿਵੇਂ ਹਾ ਬਿਦਰ ਦੇ, ਜਿਹੜਾ ਜਿਹਾ ਬਿਦਰ ਭਗਤ ਦੇ ਅੰਦਰ ਪ੍ਰੇਮ ਸੀ, ਉਹਦੇ ਘਰ ਵਾਲੀ ਨੇ ਕੇਲੇ ਦੀਆਂ ਫਲੀਆਂ ਖਾਣ ਲੱਗੀ ਨੇ, ਛਿੱਲਾਂ ਤਾਂ ਖਵਾਈ ਗਈ ਤੇ ਗੁੱਦਾ ਵਿੱਚੋਂ ਸਿੱਟੀ ਗਈ, ਪ੍ਰੇਮ ਵਿੱਚ ਮਸਤ ਹੋ ਗਈ। ਬਿਦਰ ਭਗਤ ਨੇ ਕਿਹਾ ਕਿ ਤੈਨੂੰ ਪ੍ਰੇਮ 'ਚ ਮਸਤਾਨੀ ਹੋਈ ਹੈ, ਤੈਨੂੰ ਹੁਣ ਪਤਾ ਨਹੀਂ ਰਿਹਾ, ਗੁੱਦਾ ਨਹੀਂ ਖਵਾਇਆ, ਮੈਂ ਰਸੋਈ ਬਣਾਵਾਂਗਾ, ਤੂੰ ਪ੍ਰੇਮ 'ਚ ਇੱਥੇ ਬੈਠੀ ਰਹੋ। ਉਹ ਤਾਂ ਪ੍ਰੇਮ 'ਚ ਮਸਤ ਹੋ ਗਈ। ਬਿਦਰ ਭਗਤ ਨੇ ਸਾਗ ਧਰਿਆ, ਸਾਗ ਵਿੱਚ ਲੂਣ ਪਾਉਣ ਦਾ ਚੇਤਾ ਹੀ ਭੁੱਲ ਗਿਆ। ਇੰਨਾ ਪ੍ਰੇਮ 'ਚ ਬਿਦਰ ਮਸਤ ਹੋ ਗਿਆ। ਜਦੋਂ ਇਸ ਤਰ੍ਹਾਂ ਛਕਿਆ, ਮਸਤ ਹੋ ਗਿਆ, ਉਸ ਵੇਲੇ ਭਗਵਾਨ ਜੀ ਨੂੰ ਉਹ ਜਿਸ ਵਕਤ ਲੂਣਾ ਸਾਗ ਖਵਾਇਆ ਤੇ ਉਸ ਵੇਲੇ ਮਹਾਰਾਜ ਜੀ ਨੇ ਬਚਨ ਕੀਤੇ ਹੈ ਕਿ ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਤੇਰੇ ਕਹਿੰਦੇ ਦੁੱਧ, ਤੂੰ ਕਹਿੰਦਾ ਮੇਰੇ ਘਰ ਦੁੱਧ ਪੀਣਾ ਸੀ, ਅਸੀਂ ਕਹਿੰਦੇ ਦੁੱਧ ਦੀ ਨਹੀਂ ਆਈ, ਖੀਰ ਵਰਗਾ ਸਾਗ ਉਹਦੇ ਘਰੋਂ ਅਲੂਣਾ ਖਾਧਾ ਹੈ। ਤੇ ਤੇਰੇ ਕੋਲੇ ਤਾਂ ਫਿਕਰਾਂ ਦੀਆਂ ਗੱਲਾਂ ਕਰਨੀਆਂ, ਝਗੜੇ ਦੀਆਂ ਗੱਲਾਂ ਕਰਨੀਆਂ ਸੀ, ਉਹਦੇ ਕੋਲੇ ਵਾਹਿਗੁਰੂ ਦੇ ਗੁਣ ਗਾਉਂਦਿਆਂ ਦੀ ਸਾਡੀ ਰਾਤ ਬਤੀਤ ਹੋਈ ਹੈ। ਕਬੀਰ ਕੋ स्वामी ऐसो ठाकर जात न काहू की मानी। ਉਹ ਪਰਮੇਸ਼ਰ ਕਿਹਦੀ ਜਾਤ ਪਾਤ ਨਹੀਂ ਮੰਨਦਾ। ਇਸੇ ਪ੍ਰਕਾਰ ਤੁਮਰੋ ਦੁੱਧ ਬਿਦਰ ਕੋ ਪਾਨੋ, ਤੇਰੇ ਘਰ ਕਹਿੰਦਾ ਮੇਰੇ ਘਰ ਦੁੱਧ ਪੀਣਾ ਸੀ, ਕਹਿੰਦੇ ਬਿਦਰ ਦਾ ਪਾਣੀ ਸਾਨੂੰ ਤੇਰੇ ਦੁੱਧ ਨਾਲੋਂ ਚੰਗਾ ਸੀ, ਅੰਮ੍ਰਿਤ ਕਰ ਮੈਂ ਮੰਨਿਆ। ਉਹ ਅੰਮ੍ਰਿਤ ਕਰਕੇ ਮੰਨਿਆ ਹੈ। ਕਿਉਂ ਉੱਤਰ ਦਿੱਤੇ ਸਨ ਭਗਵਾਨ। ਭਾਉ ਜਿਵੇਹਾ ਬਿਦਰ ਦੇ, ਜਿਹਾ ਜਿਹਾ ਬਿਦਰ ਭਗਤ ਦੇ ਅੰਦਰ ਪ੍ਰੇਮ ਹੈ, ਹੋਰੀ ਦੇ ਚਿਤ ਚਾਓ ਨਾ ਚੁੱਖਾ। ਹੋਰ ਭੀਸ਼ਮ ਪਿਤਾਮਾ ਹੈ, ਭਾਵੇਂ ਦਰੋਣਾਚਾਰਜ ਹੈ, ਚਾਹੇ ਕਰਨ ਹਨ, ਇਹ ਕਿਸੇ ਦੇ ਚੁੱਖ ਰਤੀ ਜਿੰਨਾ ਵੀ ਚਾਅ ਨਹੀਂ ਮੈਂ ਵੇਖਿਆ। ਜਿੰਨਾ ਬਿਦਰ ਭਗਤ ਦੇ ਅੰਦਰ ਪ੍ਰੇਮ ਸੀ, ਇੰਨਾ ਤੁਹਾਡੇ ਕਿਸੇ 'ਚ ਪ੍ਰੇਮ ਨਹੀਂ ਹੈ। ਗੋਬਿੰਦ ਭਾਵ ਭਗਤ ਦਾ ਭੁੱਖਾ। ਭਾਈ ਸਾਹਿਬ ਜੀ ਕਹਿੰਦੇ ਪਰਮੇਸ਼ਰ ਦਾ ਪ੍ਰੇਮਾ ਭਗਤੀ ਦਾ ਭੁੱਖਾ ਹੈ। ਜਿਹੜਾ ਪ੍ਰੇਮ ਕਰੇ ਉਹਨੂੰ ਉਹਦੇ ਨਾਲ ਮਿਲਦਾ ਹੈ। ਕਿਸੇ ਦੇ ਮੇਵਿਆਂ ਆਦਿਕਾਂ ਦੁਰਯੋਧਨ ਦੇ ਮੰਦਰਾਂ ਦੀ ਮੇਵਿਆਂ ਦੀ ਲੋੜ ਹੀ ਨਹੀਂ ਰੱਖੀ ਮਹਾਰਾਜ ਨੇ। ਇਉਂ ਬਿਦਰ ਨੂੰ ਜਾ ਕੇ ਨਿਹਾਲ ਕੀਤਾ ਸੀ। ਅੰਦਰ ਸਭਾ ਦੁਸ਼ਾਸਨ। ਹੋਰ ਸੁਣੋ, ਦ੍ਰੋਪਦੀ ਦੀ ਜਿਵੇਂ ਰੱਖਿਆ ਕੀਤੀ ਦੁਆਪਰ 'ਚ। ਸਭਾ ਜਿਸ ਵਕਤ ਪਾਂਡੋ ਜੂਏ 'ਚ ਸਾਰੇ ਹੀ ਹਾਰ ਗਏ, ਸਾਰੀਆਂ ਸਭਾ ਅਤੇ ਸਾਰੇ ਫੌਜ ਸਭ ਕੋਈ ਹਾਰ ਗਏ, ਖਜ਼ਾਨੇ
ਰਾਜ ਦੇਸ਼ ਸਾਰੇ ਲਾਤੇ, ਦ੍ਰੋਪਤਾ ਵੀ ਹਾਰ ਗਏ, ਪੰਜੇ ਭਰਾ ਵੀ ਹਾਰ ਗਏ। ਉਸ ਵੇਲੇ ਜੋ ਗੋਲੇ ਹੋਏ ਸਮਝੇ, ਦੁਰਯੋਧਨ ਨੇ ਹੰਕਾਰ ਦੇ ਨਾਲ ਦੁਸ਼ਾਸਨ ਇਹਦਾ ਭਰਾ ਸੀ, ਉਹਨੂੰ ਕਹ ਜਾ ਲਿਆ ਦ੍ਰੋਪਤਾ ਨੂੰ ਸਭਾ ਦੇ ਵਿੱਚ ਨੰਗੀ ਕਰੀਏ, ਇਹਨਾਂ ਦੀ ਬੇਪਤੀ ਕਰੀਏ। ਇਸ ਖਿਆਲ ਦੇ ਨਾਲ ਦ੍ਰੋਪਦੀ ਦਾ ਇਸ਼ਨਾਨ ਕੀਤਾ ਸੀ। ਕੇਸ ਹਰੇ ਕਰਦੀ ਸੀ, ਇੱਕ ਸਾੜੀ ਦੇ ਅੰਦਰ ਸੀ। ਇਸ ਪ੍ਰਕਾਰ ਅੰਦਰ ਸਭਾ ਦੁਸ਼ਾਸਨ, ਦੁਰਯੋਧਨ ਦੀ ਸਭਾ ਦੁਸ਼ਾਸਨ ਦੀ ਸਭਾ ਹੋਈ ਕਿ ਦੁਰਯੋਧਨ ਦੀ ਹੋਈ। ਇਹਦਾ ਭਰਾ ਸੀ ਦੁਸ਼ਾਸਨ, ਦੁਰਧਰਖਾਰਕ। ਸਭਾ ਦੇ ਵਿੱਚ ਦੁਰਯੋਧਨ ਦੀ ਸਭਾ 'ਚ ਦੁਸ਼ਾਸਨ ਮੱਥੇ ਵਾਲ ਦ੍ਰੋਪਦੀ ਆਂਦੀ, ਕੇਸ ਹਰੇ ਕਰਦੀ ਨੂੰ ਮੱਥੇ ਤੋਂ ਵਾਲ ਪਕੜ ਕੇ ਧੂ ਕੇ ਕੇਸਾਂ ਤੋਂ ਲਿਆਂਦੀ। ਦੂਤਾਂ ਨੂੰ ਫਰਮਾਇਆ ਅਤੇ ਨੌਕਰਾਂ ਦੇ ਤਾਂ ਹੀ ਇਹ ਫਰਮਾ ਦਿੱਤਾ, ਨੰਗੀ ਕਰਹੁ ਪੰਚਾਲੀ ਬੰਦੀ। ਇਹ ਪੰਜਾਂ ਪਾਂਡਵਾਂ ਦੀ ਜਿਹੜੀ ਪੰਚਾਲ ਦੇਸ਼ ਦਾ ਜਿਹੜਾ ਰਾਜਾ ਸੀ ਨਾ ਯੁਧਿਸ਼ਟਰ, ਉਹਦੀ ਜਿਹੜੀ ਇਹ ਰਾਣੀ ਹੈ, ਇਹ ਬੰਦੀ ਗੋਲੀ ਸਮਝ ਲਓ। ਹੁਣ ਇਹਦੇ ਬਸਤਰ ਲਾ ਜੋ, ਨਗਨ ਕਰ ਜੋ ਕਹਿਣ ਲੱਗਾ। ਵੇਖੋ ਆਪ ਦੀ ਇੱਜ਼ਤ ਨੂੰ ਆਪ ਗਵਾਉਣ ਲੱਗੇ, ਕਿੱਡੇ ਭਲੇ ਮਾਨਸ। ਪੰਜੇ ਪਾਂਡੋ ਵੇਖਦੇ, ਪੰਜੇ ਪਾਂਡੋ ਜੂਏ 'ਚ ਹਾਰ ਚੁੱਕੇ ਸੀ ਸਭ ਕੁਝ। ਇਹ ਕੈਦੀ ਹੋਏ ਬੈਠੇ ਆ, ਵੇਖ ਰਹੇ ਹਨ। ਔ ਘਟ ਰੁੱਧੀ ਨਾਰ ਜਿਨ੍ਹਾਂ ਦੀ ਇਸਤਰੀ ਪਤਨੀ ਹੈ ਜਿਹੜੀ ਔਖੇ ਘਟ ਵਿੱਚ ਰੁੱਧੀ ਹੋਈ ਹੈ, ਔਖੀ ਘੜੀ ਜਿਹਦੇ ਵਿੱਚ ਰੋਕੀ ਆ ਗਈ, ਅੰਤ ਤਕਲੀਫ ਦਾ ਸਮਾਂ ਆ ਗਿਆ ਹੈ। ਅੱਖੀ ਮੀਟ ਧਿਆਨ ਧਾਰ, ਉਸ ਵੇਲੇ ਅੱਖਾਂ ਮੀਟ ਲੀਆਂ ਪਾਂਡੋ, ਜਦੋਂ ਨਾ ਰੱਖਿਆ ਕਰ ਸਕੇ, ਧਿਆਨ ਕੀਤਾ। ਹਾ ਕ੍ਰਿਸ਼ਨ ਕਰੇ ਵਿਲ ਲਾਂਦੀ, ਹਾਂ ਕ੍ਰਿਸ਼ਨ ਬੜਾ ਕਸ਼ਟ ਹੈ, ਹੇ ਕ੍ਰਿਸ਼ਨ ਮੇਰੀ ਰੱਖਿਆ ਕਰ। ਇਉਂ ਬਰਲਾਪ ਕਰਦੀ ਬੋਲ ਰਹੀ ਹੈ। ਜਿੰਨਾ ਚਿਰ ਕਹਿੰਦੀ ਰਹੀ, ਹੇ ਬਿੰਦਰਾ ਵਾਸੀ, ਹੇ ਗੋਕਲ ਵਾਸੀ, ਹੇ ਆਪਣੇ ਦਵਾਰਕਾ ਵਾਸੀ, ਉਹਨਾਂ ਚਿਰ ਸੁਖਿਆਤ ਨਹੀਂ ਹੋਏ, ਰੱਖਿਆ ਨਹੀਂ ਕੀਤੀ। ਜਦੋਂ ਕਿ ਸਾਰਿਆਂ ਥਾਵਾਂ 'ਚ ਵਿਆਪਕ ਹੈ ਤੂੰ, ਇਉਂ ਕਹਿਣ ਤੋਂ ਮਹਾਰਾਜ ਜੀ ਨੇ ਉਸ ਵੇਲੇ ਕੱਪੜੇ ਇਹਦੇ ਵਧਾ ਤੇ ਮਾਰਨ ਸਾੜੀ ਦੇ ਰੂਪ ਧਾਰ ਕੇ ਇਹਦੇ ਨਗਨ ਨਹੀਂ ਹੁਣ ਤਾਂ ਸਭਾ ਦੇ ਵਿੱਚ ਕੱਪੜ ਕੋਟ ਉਹ ਸਾਰੇ ਉਹ ਦੂਤਾਂ ਲਾਉਂਦਿਆਂ ਨੇ ਕੱਪੜਿਆਂ ਦਾ ਕੋਟ ਹੀ ਉੱਥੇ ਉਸਰ ਗਿਆ। ਆਦਮੀ ਨਹੀਂ ਸੀ ਦੂਏ ਪਾਸੇ ਦਿਸਦਾ, ਇੰਨਾ ਢੇਰ ਲੱਗ ਗਿਆ ਲੀੜਿਆਂ ਦਾ। ਥੱਕੇ ਦੂਤ ਨਾ ਪਾਰਵਸਾਂ, ਉਹ ਜਿਹੜੇ ਦੂਤ ਸਿਪਾਹੀ ਸੀ ਥੱਕ ਗਏ, ਪਾਰਵਸਾਂ ਦੀ ਵਾਹ ਨਹੀਂ ਚੱਲੀ ਉਹਨਾਂ ਦੀ, ਕੋਈ ਸਭਾ 'ਚ ਨਗਨ ਨਹੀਂ ਕਰ ਸਕੇ ਦ੍ਰੋਪਤਾ ਨੂੰ। ਸੂਰਦਾਸ ਜੀ ਨੇ ਸੂਰ ਸਾਗਰ 24 ਅਵਤਾਰਾਂ ਦੀ ਕਥਾ ਲਿਖੀ ਹੈ। ਉੱਥੇ ਲਿਖਿਆ, ਸਾਰੀ ਹੂੰ ਕੀ ਨਾਰੀ ਹੈ ਕਿ ਨਾਰੀ ਹੂੰ ਕੀ ਸਾਰੀ ਹੈ। ਜਿਵੇਂ ਕੇਲੇ ਦੇ ਪੱਤਾਂ 'ਚੋਂ ਦੂਆ ਪੱਤਾ ਨਿਕਲਦਾ, ਸਾੜੀਆਂ 'ਚੋਂ ਸਾੜੀਆਂ ਨਿਕਲਦੀਆਂ ਆਈਆਂ। ਸਭਾ 'ਚ ਨਗਨ ਨਹੀਂ ਹੋਣ ਕੀ ਮਾਰਨ ਐਸੀ ਪੈਜ ਰੱਖੀਏ ਦੀ। ਹੱਥ ਮਰੋੜਨ ਸਿਰ ਧੁਣਨ, ਹੱਥ ਮਰੋੜਦੇ ਆ ਦੂਤ, ਸਿਰ ਨੂੰ ਹਲੂਣਦੇ ਆ ਅਫਸੋਸ ਦੇ ਨਾਲ। ਪਛੋਤਾਨ ਕਰਨ ਜਾਹ ਜਾਂਦੀ, ਪਛੋਤਾਵਾ ਕਰਦੇ, ਕਹਿੰਦੇ ਜਾ ਜਾਂਦੀ, ਸਾਡੀ ਇੱਜ਼ਤ ਨਹੀਂ ਰਹੀ, ਬਰਬਾਦ ਹੋ ਗਈ ਸੀ। ਨੰਗੀ ਕਰਨਾ ਚਾਹੁੰਦੇ ਸੀ, ਇਹ ਨੰਗੀ ਨਹੀਂ ਹੋ ਸਕੀ। ਘਰ ਆਈ ਠਾਕੁਰ ਮਿਲੇ, ਫਿਰ ਜਦੋਂ ਘਰ 'ਚ ਆਈ ਮਹਾਰਾਜ ਕ੍ਰਿਸ਼ਨ ਭਗਵਾਨ ਨੇ ਸਰੂਪ ਧਾਰ ਕੇ ਦਰਸ਼ਨ ਦਿੱਤੇ। ਪੈਜ ਰਹੀ ਬੋਲੇ ਸ਼ਰਮਾਂਦੀ, ਸ਼ਰਮ ਦੇ ਸਹਿਤ ਹੋ ਕੇ ਕਹਿੰਦੀ, ਮਹਾਰਾਜ ਮੇਰੀ ਪੈਜ ਰਹਿ ਗਈ ਹੈ। ਇਹ ਦੁਰਵਾਸ਼ਾ ਲਿਖੀ ਜਿਸ ਦੇ ਇੱਕ ਦਿਨ ਇਹ ਇਸ਼ਨਾਨ ਕਰਦਾ ਸੀ, ਇਹਦੀ ਇਸ਼ਨਾਨ ਕਰਦੇ ਦੀ ਕੁਪੀਨ ਪਾਣੀ 'ਚ ਰੁੜ ਗਈ ਸੀ। ਉੱਥੇ ਲੜਕੀਆਂ ਨੂੰ ਕਹਿਣ ਲੱਗਾ, ਲੜਕੀ ਮੈਨੂੰ ਬਸਤਰ ਦਿਓ। ਦ੍ਰੋਪਤਾ ਨੇ ਇਸ਼ਨਾਨ ਕਰਨ ਗਈ ਨੇ ਬਸਤਰ ਦਿੱਤਾ। ਜਿਹੜਾ ਬਸਤਰ ਜਾਵੇ ਉਹ ਰਾਹ 'ਚ ਹੀ ਰੁੜੀਏ ਜਾਵੇ, ਹੱਥ ਨਾ ਪਾਇਆ। ਅਖੀਰ ਥੋੜ੍ਹਾ ਜਿਹਾ ਸਰੀਰ ਢਕਣ ਜੋਗਾ ਦ੍ਰੋਪਤਾ ਕੋਲ ਜੋ ਬਸਤਰ ਰਹਿ ਗਿਆ, ਉਦੋਂ ਕਪੀਨ ਇਸ ਨੇ ਪਕੜ ਲਈ। ਪਕੜ ਕੇ ਆਪਦੇ ਅੰਗਾਂ ਨੂੰ ਢੱਕ ਕੇ ਕਹਿਣ ਲੱਗਾ, ਅੱਛਾ ਬੀਬੀ ਤੂੰ ਵੀ ਸਭਾ 'ਚ ਨਗਰ ਨਹੀਂ ਹੋਣਾ ਪਾਵੇਂਗੀ। ਇਉਂ ਦੇਖ ਲਓ, ਕਪੀਨ ਮਾਤਰ ਦੁਰਵਾਸ਼ਾ ਲਿਖੀ ਦੇਣੇ ਕਰਕੇ ਬਸਤਰਾਂ ਦਾ ਕੋਟ ਮਾਰਨ ਉਸਾਰਤਾ। ਅਤੇ ਜਿਹੜੇ ਚੋਰੀ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ, ਜਿਵੇਂ ਹਨੂਮਾਨ ਭੀਲਾਂ ਦਾ ਮੁੰਡਾ ਸੀ, ਪਿਛਲੇ ਜਨਮ ਚੋਰੀ ਕਰਦਾ ਸੀ, ਰਾਮਚੰਦਰ ਦਾ ਏਡਾ ਸੇਵਕ ਹੋ ਗਿਆ, ਲੰਕਾ ਸਾੜ ਕੇ ਆਇਆ, ਫਿਰ ਵੀ ਸਰੀਰ ਦੇ ਢਕਣ ਵਾਲੀ ਕਸ਼ੌਟੀ ਮਿਲੀ, ਹੋਰ ਸਰੀਰ 'ਤੇ ਬਸਤਰ ਜੇ ਪੈਰਦਾ ਅੱਗ ਲੱਗ ਜਾਂਦੀ। ਇਸ ਦੇ ਨਾਲ ਹੀ ਉਹ ਚੋਰੀ ਕਰਨ ਵਾਲਿਆਂ ਨੂੰ ਤਾਂ ਬਸਤਰ ਵੀ ਨਹੀਂ ਮਿਲਦੇ। ਅਤੇ ਜਿਨ੍ਹਾਂ ਨੂੰ ਦਾਨ ਕੀਤੇ ਹੈ ਵਸਤਰ ਆਦਿਕ, ਉਹਨਾਂ ਦੀ ਮਹਾਰਾਜ ਨੇ ਪੈਜ ਰੱਖੀ ਹੈ। ਇਹ ਦੱਸਿਆ, ਪੈਜ ਰਹੀ ਬੋਲੇ ਸ਼ਰਮਾਂਦੀ, ਸ਼ਰਮਾਂਦੀ ਕਹਿੰਦੀ ਕਿ ਮੇਰੀ ਇਸ ਪ੍ਰਕਾਰ ਪੈਜ ਰਹਿ ਗਈ ਹੈ। ਨਾਥ ਅਨਾਥਾਂ ਬਾਣ ਧੁਰਾਂ, ਤੇ ਮਹਾਰਾਜ ਅਨਾਥਾਂ ਗਰੀਬਾਂ ਦੇ ਸਵਾਮੀ ਬਣਨਾ, ਇਹ ਤੁਹਾਡੀ ਬਾਣ ਧੁਰਾਂ ਤੋਂ ਲਾ ਕੇ, ਆਦ ਤੋਂ ਲਾ ਕੇ ਹੈ ਮਰਜ਼ਾਦਾ ਸੱਚੇ ਪਾਤਸ਼ਾਹ। ਇਸ ਪ੍ਰਕਾਰ ਸਾਧ ਸੰਗਤ ਜੀ, ਦ੍ਰੋਪਤਾ ਦੀ ਲਾਜ ਪਰਮੇਸ਼ਰ ਨੇ ਰੱਖੀ ਸੀ ਦੁਆਪਰ ਦੇ ਵਿੱਚ।
ਇਸ ਤਰ੍ਹਾਂ ਇਹਨਾਂ ਭਗਤਾਂ ਦਾ ਜ਼ਿਕਰ ਆਉਂਦਾ ਪਿਛਲੀਆਂ ਯੁੱਗਾਂ ਦਿਆਂ ਦਾ। ਘਰ ਆਈ ਠਾਕੁਰ ਮਿਲੇ, ਪੈਜ ਰਹੀ ਬੋਲੇ ਸ਼ਰਮਾਂਦੀ, ਨਾਥ ਅਨਾਥਾਂ ਬਾਣ ਤੁਰਾਂ ਦੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ।